ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਕੌਮ ਨੇ ਜੰਗੇ ਮੈਦਾਨ ਅੰਦਰ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਚਰਖੜੀਆਂ 'ਤੇ ਚੜ੍ਹ ਕੇ ਰੰਬੀਆਂ ਨਾਲ ਖੋਪਰੀਆਂ ਉਤਰਵਾ ਕੇ, ਭੱਠਾਂ ਵਿੱਚ ਜਿਉਂਦੇ ਸੜ ਕੇ, ਬੱਚਿਆਂ ਦੇ ਟੋਟੇ ਕਰਵਾ ਕੇ, ਇੰਜਣਾਂ ਥੱਲੇ ਕੁਚਲੇ ਜਾ ਕੇ ਅਤੇ ਚੌਂਕੜੇ ਮਾਰ ਕੇ, ਬੰਦ-ਬੰਦ ਕਟਵਾ ਕੇ ਅਕਾਲ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਉਹ ਸੰਸਾਰ ਦੀ ਮਹਾਨ ਵੀਰਾਂ ਤੇ ਯੋਧਿਆਂ ਦੀ ਖਾਲਸਾ ਕੌਮ ਹੈ। ਜਦ ਅਸੀਂ ਇਸ ਸਿਰਲੱਥ ਯੋਧਿਆਂ ਦੀ ਖਾਲਸਾ ਕੌਮ ਦੇ ਬਾਨੀ ਅਤੇ ਸਰਬੰਸ ਦਾਨੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 42 ਸਾਲ ਦੇ ਸਰਗੁਣੀ ਪਵਿੱਤਰ ਸਰੂਪ ਦੇ ਦਰਸ਼ਨ ਕਰਦੇ ਹਾਂ ਤਾਂ ਗੁਰੂ ਜੀ ਦੇ ਵੱਖ-ਵੱਖ ਝਲਕਾਰ ਰੂਪ ਦਰਸ਼ਨ ਹੁੰਦੇ ਹਨ। 10ਵੇਂ ਪਾਤਸ਼ਾਹ ਪਰਿਪੂਰਨ ਸਤਿਗੁਰੂ ਹਨ, ਮਹਾਨ ਯੋਧਾ ਅਤੇ ਸਤ ਨੀਤੀ ਨਿਪੁੰਨ ਧਰਮ ਰੱਖਿਅਕ ਸੈਨਾਪਤੀ ਵੀ ਹਨ। ਪਰੰਤੂ ਜਦ ਅਸੀਂ ਗੁਰੂ ਜੀ ਨੂੰ ਇੱਕ ਮਹਾਨ ਸਾਹਿਤਕਾਰ ਅਤੇ ਮਹਾਨ ਕਵੀ ਦੇ ਕਾਵਿ-ਰੰਗ ਸੁੰਦਰ ਸਰੂਪ ਵਿੱਚ ਦਰਸ਼ਨ ਕਰਦੇ ਹਾਂ ਤਾਂ ਬੁੱਧੀ ਚਕਰਿਤ ਰਹਿ ਜਾਂਦੀ ਹੈ। 10ਵੇਂ ਪਾਤਸ਼ਾਹ ਦੀਆਂ ਮਹਾਨ ਕਾਵਿ ਕਲਾਕ੍ਰਿਤੀਆਂ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਜ਼ਫਰਨਾਮਾ, ਗਿਆਨ ਪ੍ਰਬੋਧ, ਸ਼ਬਦ, ਸਵਈਏ, ਚੌਪਈ, ਚੰਡੀ ਚਰਿੱਤਰ, ਤ੍ਰਿਆ ਚਰਿੱਤਰ ਆਦਿਕ ਹਨ, ਜਿਨ੍ਹਾਂ ਰਚਨਾਵਾਂ ਦਾ ਭਾਰਤੀ ਸਾਹਿਤ ਵਿੱਚ ਹੋਰ ਕੋਈ ਸਾਨੀ ਨਹੀਂ ਹੈ। ਜਾਪ ਸਾਹਿਬ, ਅਕਾਲ ਉਸਤਤ ਅਤੇ ਗਿਆਨ ਪ੍ਰਬੋਧ ਨਾਟਕ ਤਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਅਤੇ ਅਧਿਆਤਮਕ ਆਸ਼ਿਆਂ ਦੇ ਆਧਾਰ ਉੱਤੇ ਹੀ ਸਤਿਗੁਰੂ ਕਲਗੀਧਰ ਜੀ ਨੇ ਗੁਰ ਹਿਰਦੇ ਅੰਦਰੋਂ ਅਜ਼ਲੀ ਤੇ ਅਕਾਲੀ ਬਾਣੀ ਦਾ ਸੋਮਾ ਵਹਿ ਨਿਕਲਿਆ ਹੈ। ਬਚਿੱਤਰ ਨਾਟਕ ਤੇ ਜ਼ਫਰਨਾਮਾ ਇਤਿਹਾਸਿਕ ਤੱਥ ਤੋਂ ਭਰਪੂਰ ਵੀਰ ਰਸ ਦਾ ਸੁੰਦਰ ਕ੍ਰਿਸ਼ਮਾ ਅਤੇ ਅਨੁਭਵੀ ਬਾਣੀ ਹੈ। ਇਸੇ ਤਰ੍ਹਾਂ ਚੰਡੀ ਚਰਿੱਤਰ, ਤ੍ਰਿਆ ਚਰਿੱਤਰ, 24 ਅਵਤਾਰ ਆਦਿਕ ਪੌਰਾਣਿਕ ਕਥਾਵਾਂ ਤੇ ਮਿਥਿਹਾਸਿਕ ਸਨਾਤਨੀ ਸ਼ਾਸਤਰੀ ਵਿਦਿਆ ਦੀਆਂ ਰਚਨਾਵਾਂ ਨੂੰ ਗੁਰੂ ਜੀ ਨੇ ਆਪਣੇ ਮਹਾਨ ਅਤੇ ਪਵਿੱਤਰ ਅਨੁਭਵ ਰਾਹੀਂ ਪ੍ਰਗਟ ਕੀਤਾ ਹੈ। ਐਸੇ ਹੀ ਮਹਾਨ ਪਰਮ ਪਵਿੱਤਰ ਅਤੇ ਜਾਗਦੀ ਜੋਤ ਸਤਿਗੁਰੂ ਹਿਰਦੇ ਦੇ ਅਨੁਭਵ ਤੋਂ ਉਤਪੰਨ ਹੋਇਆ ਹੈ ਸ਼੍ਰੀ ਸਰਬਲੋਕ ਗ੍ਰੰਥ, ਜਿਸ ਦੀ ਸ਼ੈਲੀ ਅਤੇ ਤਕਨੀਕ ਚੰਡੀ ਚਰਿੱਤਰ ਨਾਲ ਹੀ ਮਿਲਦੀ ਜੁਲਦੀ ਹੈ। ਕਿਉਂਕਿ ਸ਼੍ਰੀ ਸਰਬਲੋਕ ਗ੍ਰੰਥ ਜੀ ਵੀ ਵੀਰ ਰਸੀ ਮਹਾਨ ਕਾਵ ਕਲਾਕ੍ਰਿਤ ਦਾ ਸਰਵੋਤਮ ਕ੍ਰਿਸ਼ਮਾ ਹੈ। ਇਸ ਵਿੱਚ ਵੀ ਅਨੁਭਵ ਰਾਹੀਂ ਆਤਮ ਪ੍ਰਵਾਸ ਦੇ ਅਤ ਉੱਤਮ ਅਤੇ ਸੁੰਦਰ ਪ੍ਰਭਾਵ ਮਿਲਦੇ ਹਨ। ਸਭ ਤੋਂ ਵਧੇਰੇ ਖੂਬਸੂਰਤ ਅਤੇ ਅਨੁਭਵੀ ਕਲਾਮਈ ਕ੍ਰਿਸ਼ਮਾ ਇਹ ਹੈ ਕਿ ਸ਼੍ਰੀ ਸਤਿਗੁਰੂ ਕਲਗੀਧਰ ਜੀ ਵੀਰ ਰਸ ਰੰਗ ਅੰਦਰ ਆਏ ਹੋਏ ਕਿਸੇ ਮੈਦਾਨੇ ਜੰਗ ਦਾ ਸੁੰਦਰ ਵਰਣਨ ਕਰਦੇ ਹਨ ਤਾਂ ਉੱਚੀਆਂ ਅਨੁਪਮ ਛੋਹਾਂ ਨੂੰ ਚਿੱਤਰ ਦੇ ਪ੍ਰਤੀਤ ਹੁੰਦੇ ਹਨ। ਯੋਧਿਆਂ ਦੇ ਜੰਗੀ ਵਸਤਰਾਂ ਦੀ ਸਜਾਵਟ, ਦਲਾਂ ਦੀਆਂ ਕਤਾਰਾਂ, ਹਾਥੀ, ਘੋੜਿਆਂ ਤੇ ਊਂਠਾਂ ਦੇ ਸਵਾਰਾਂ ਦੀਆਂ ਅਨੁਪਮ ਛਵੀਆਂ ਦਾ ਪ੍ਰਗਟਾ ਕਰਦੇ ਹਨ। ਨਿਸ਼ਾਨਾਂ ਦਾ ਹਵਾ ਵਿੱਚ ਫਹਿਰਾਉਣਾ, ਸ਼ਸਤਰਾਂ ਦੀ ਝਣਕਾਰ ਅਤੇ ਰੰਗਾਰੰਗ ਜੰਗੀ ਨਜ਼ਾਰਿਆਂ ਦਾ ਵਰਣਨ ਕਰਦਿਆਂ ਹੋਇਆਂ ਜੰਗੀ ਵਾਜਿਆਂ, ਨਿਰਸਿੰਘੀਆਂ, ਨਗਾਰਿਆਂ ਅਤੇ ਧੌਂਸਿਆਂ ਦੀ ਮਾਰੂ ਘਨਘੋਰ ਵਿੱਚ ਵੀ ਆਪ ਕਿਸੇ ਅਦ੍ਰਿਸ਼ਟ ਨਿਰਮਲ ਅਜ਼ਲੀ ਜੋਤ ਪਰਮ ਪੁਰਖ ਵਾਹਿਗੁਰੂ ਅਕਾਲ ਪੁਰਖ ਸ਼੍ਰੀ ਮਹਾਕਾਲ ਵਿੱਚ ਅਭੇਦ ਹੋ ਜਾਣਾ ਅਤੇ ਦਵੈ ਤੇ ਏਕ ਰੂਪ ਇੱਕ ਰਸ ਅੰਮ੍ਰਿਤਮਈ ਵਿਵਸਥਾ ਵਿੱਚ ਤਲੀਨ ਹੋ ਕੇ ਅਜ਼ਲੀ ਆਵੇਸ਼ ਦੀ ਬਾਣੀ ਰਚਨਾ ਹੈ। ਅਜਿਹੀ ਮਹਾਨ ਕਾਵ ਕਲਾਕ੍ਰਿਤ ਦੀ ਸਰਬਪ੍ਰਿਯ ਅਤੇ ਸਰਵੋਤਮ ਕ੍ਰਿਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੁਰ ਕੀ ਬਾਣੀ ਅਤੇ ਸ਼੍ਰੀ ਗੁਰੂ ਦਸਮ ਗ੍ਰੰਥ ਜੀ ਤੋਂ ਬਿਨਾਂ ਹੋਰ ਕਿਸੇ ਵੀ ਅਨੁਭਵੀ ਗ੍ਰੰਥ, ਪੁਰਾਣ, ਸਰੋਤੇ, ਸ਼ਾਸਤਰ ਜਾਂ ਕਿਤਾਬ ਵਿੱਚ ਨਹੀਂ ਮਿਲਦੀ। ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੀ ਚਰਚਾ ਅਤੇ ਨਾਮ ਅਤ ਪ੍ਰੇਮ ਅਤੇ ਸ਼ਰਧਾ ਨਾਲ ਸਿੱਖ ਪੰਥ ਵਿੱਚ ਲਿਆ ਜਾਂਦਾ ਹੈ। ਪਰ ਵਿਰਲੇ ਹੀ ਗੁਰਮੁਖ ਪਿਆਰੇ ਹੋਣਗੇ
ਜਿਨ੍ਹਾਂ ਨੇ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਹੋਣਗੇ ਜਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਸੰਪੂਰਨ ਪਾਠ ਕੀਤਾ ਹੋਵੇਗਾ। ਗੁਰਬਾਣੀ ਦੇ ਖੋਜੀ ਅਤੇ ਪ੍ਰੇਮੀ ਵਿਦਵਾਨ ਸੱਜਣ ਇਸ ਗੱਲ ਤੋਂ ਜਾਣੂ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਮੋਲਕ ਅਤੇ ਮਹਾਨ ਰਚਨਾ ਦਾ ਇੱਕ ਕੇਂਦਰ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਵੀ ਹੈ। ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਅਤੇ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਅੱਜ ਤੱਕ ਅਨੇਕਾਂ ਭਰਮ ਭੁਲੇਖੇ ਪਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਅਤੇ ਗੁਰੂ ਪੰਥ ਦੇ ਵਿਰੋਧੀਆਂ ਵੱਲੋਂ ਜਾਣ-ਬੁੱਝ ਕੇ ਪਾਏ ਗਏ ਜਾਂ ਗੁਰਮਤਿ ਵਿਦਿਆ ਤੋਂ ਅਣਜਾਣ ਲੋਕਾਂ ਕੋਲੋਂ ਸੁਤੇ ਸਿੱਧ ਹੀ ਪਏ ਭਰਮ ਭੁਲੇਖਿਆਂ ਦਾ ਗੁਰਮਤਿ ਅਨੁਸਾਰੀ ਵਿਦਵਾਨਾਂ ਉੱਤੇ ਵੀ ਪ੍ਰਭਾਵ ਪਿਆ ਅਤੇ ਉਹ ਵੀ ਦੁਚਿੱਤੀ ਵਿੱਚ ਹੀ ਫਸੇ ਰਹੇ ਹਨ। ਜਿਵੇਂ ਕਿਵੇਂ ਹੋਇਆ, ਗੁਰੂ ਪੰਥ ਨੇ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਛਾਪੇ ਦੇ ਰੂਪ ਵਿੱਚ ਦਰਸ਼ਨ ਕਰ ਲਏ ਹਨ, ਪਰੰਤੂ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੇ ਛਾਪੇ ਦੇ ਰੂਪ ਵਿੱਚ ਦਰਸ਼ਨ ਕਰਨ ਲਈ ਸਾਰੇ ਹੀ ਸਿੱਖ ਜਗਤ ਅਤੇ ਗੁਰੂ ਪੰਥ ਸੰਗਤ ਦੇ ਨੇਤਰ ਪਿਆਸੇ ਸਨ। ਇਸ ਪਿਆਸ ਦੀ ਤ੍ਰਿਪਤੀ ਦਾ ਸਾਧਨ ਬਣਨ ਵਾਸਤੇ ਸੂਰਮ ਗਤੀ, ਧੀਰਜ, ਕੁਰਬਾਨੀ ਅਤੇ ਤਿਆਗ ਦੀ ਭਾਵਨਾ ਦੇ ਨਾਲ ਅਣਥੱਕ ਮਿਹਨਤ ਮੁਸ਼ੱਕਤ ਦੀ ਵੀ ਜ਼ਰੂਰਤ ਸੀ। ਅਜਿਹੀ ਭਾਵਨਾ ਕਿਸੇ ਸੰਸਥਾ ਜਥੇਬੰਦੀ ਅੰਦਰ ਜਾਂ ਕਿਸੇ ਸੰਸਥਾ ਦੇ ਮਹਾਨ ਨੇਤਾ ਆਗੂ ਵਿੱਚ ਹੀ ਹੋ ਸਕਦੀ ਸੀ। ਸੋ ਸੱਚੇ ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਪਾਰ ਕਿਰਪਾ ਕਰਕੇ ਆਪਣਾ ਕਾਰਜ ਆਪਣੇ ਪਰਮ ਪਿਆਰੇ ਚਰਨ ਸਾਧਕ, ਰੋਸ਼ਨ ਮੁਖ, ਉਜਵਲ ਦੀਦਾਰੀ, ਗੁਰਬਾਣੀ ਦੇ ਰਸੀਏ, ਬਚਨਾਂ ਦੇ ਪੂਰੇ ਸੂਰੇ, ਭਗਤ ਦਾਨੀ, ਪਰਉਪਕਾਰੀ ਬੁੱਧ ਵਾਲੇ ਪੰਥ ਅਕਾਲੀ ਦੇ ਮਹਾਨ ਜਰਨੈਲ, ਗੁਰਮੁਖ ਪਿਆਰੇ ਸ਼੍ਰੀਮਾਨ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ, 96 ਕਰੋੜੀ ਬੁੱਢਾ ਦਲ, ਪੰਜਵਾਂ ਤਖਤ, ਚਲਦਾ ਵਹੀਰ ਪੰਜਾਬ ਪਾਸੋਂ ਇਹ ਕਾਰਜ ਆਪ ਕਰਵਾਇਆ ਹੈ। ਗੁਰੂ ਪੰਥ ਦੇ ਵਿਰੋਧੀ ਅਤੇ ਗੁਰਮਤਿ ਵਿਦਿਆ ਬਾਰੇ ਭੁਲੇਖੇ ਪਾਉਣ ਵਾਲੇ ਸੱਜਣ ਇੱਕੋ ਹੀ ਦਲੀਲ ਦਿੰਦੇ ਰਹੇ ਹਨ ਕਿ ਚੰਡੀ ਚਰਿੱਤਰ ਆਦਿਕ ਬਾਣੀਆਂ ਵਿੱਚ ਪੌਰਾਣਿਕ ਗਾਥਾਵਾਂ ਅਤੇ ਮਿਥਿਹਾਸਿਕ ਦੈਵ ਸ਼ਕਤੀਆਂ ਦਾ ਕੇਵਲ ਵਰਣਨ ਹੀ ਨਹੀਂ, ਸਗੋਂ ਉਹਨਾਂ ਦੀ ਉਸਤਤ ਅਤੇ ਪੂਜਾ ਆਰਾਧਨਾ ਬੜੀ ਸ਼ਰਧਾ ਨਾਲ ਕੀਤੀ ਗਈ ਹੈ। ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਦੈਵ ਪੂਜਾ ਆਰਾਧਨਾ ਦਾ ਖੰਡਨ ਕਰਦੇ ਹਨ ਅਤੇ ਅਖੰਡ ਜੋਤ, ਇੱਕ ਰਸ, ਖਾਲਸ ਸਵਰੂਪ ਅਕਾਲ ਪੁਰਖ ਸ਼੍ਰੀ ਮਹਾਕਾਲ ਜੀ ਦੇ ਹੀ ਉਪਾਸ਼ਕ ਹਨ। ਇਸ ਲਈ ਉਹ ਅਜਿਹੀ ਪੂਜਾ ਆਰਾਧਨਾ ਆਪਣੇ ਮੁਬਾਰਕ ਕਲਮ ਨਾਲ ਨਹੀਂ ਲਿਖ ਸਕਦੇ। ਪਰ ਅਫਸੋਸ ਕਿ ਸ਼੍ਰੀ ਸਤਿਗੁਰੂ ਕਲਗੀਧਰ ਜੀ ਦੇ ਮਹਾਨ ਗੁਰ ਹਿਰਦੇ ਵਿੱਚੋਂ ਉਤਪੰਨ ਹੋਏ ਗੁਰੂ ਸਾਹਿਬ ਦਾ ਅਧਿਐਨ ਵੀ ਸੰਪੂਰਨ ਤੌਰ ਤੇ ਕਿਸੇ ਵਿਰਲੇ ਹੀ ਗੁਰਮੁਖ ਪਿਆਰੇ ਨੇ ਕੀਤਾ ਹੋਇਆ ਹੋਵੇਗਾ। ਅੱਜ ਕੱਲ੍ਹ ਦੀ ਤਰਕ ਵਿਤਰਕੀ ਕਿਰਿਆ ਨੇ ਸਾਰੇ ਹੀ ਸੰਸਾਰ ਦੇ ਦਿਲ ਚੱਲ ਵਿਚਲ ਕਰ ਦਿੱਤੇ ਹੋਏ ਹਨ, ਜਿਸ ਕਰਕੇ ਉਹ ਲੋਕ ਸਾਰਿਆਂ ਤੋਂ ਪਹਿਲਾਂ ਇਹ ਪ੍ਰਸ਼ਨ ਕਰਦੇ ਹਨ ਕਿ ਕਿਸੇ ਪ੍ਰੇਮੀ ਨੇ ਸ਼੍ਰੀ ਕਲਗੀਧਰ ਜੀ ਦੇ ਨਾਮ ਉੱਪਰ ਇਹ ਗ੍ਰੰਥ ਤਾਂ ਨਹੀਂ ਉਚਾਰਿਆ। ਜੇ ਪੱਕ ਸਾਬਤ ਹੈ ਕਿ ਇਹ ਸ਼੍ਰੀ ਗੁਰੂ ਜੀ ਦਾ ਮੁੱਖ ਵਾਕ ਬਾਣੀ ਗ੍ਰੰਥ ਪੁਸਤਕ ਹੈ ਤਾਂ ਇਸ ਦੀ ਪੁਸ਼ਟੀ ਇਸ ਗ੍ਰੰਥ ਦੇ ਹੀ ਵਿੱਚੋਂ ਕਰੋ। ਇਸ ਦੇ ਜਵਾਬ ਵਿੱਚ ਸਾਰਿਆਂ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਇਸ ਗ੍ਰੰਥ ਦਾ ਆਦ ਵਾਲਾ ਸਿਰਲੇਖ ਇੱਕ ਓੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਵਾਨੀ ਜੀ ਸਹਾਏ, ਸ਼੍ਰੀ ਮਾਇਆ ਲక్ష్ਮੀ ਜੀ ਸਹਾਏ, ਉਸਤਤ ਸ਼੍ਰੀ ਮਾਇਆ ਲక్ష్ਮੀ ਜੀ ਕੀ, ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਇਹੀ ਇਸ ਗੱਲ ਦੀ ਪਰਪੱਕ ਉਗਾਹੀ ਹੈ ਕਿ ਇਹ ਗ੍ਰੰਥ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਕਿਰਤ ਹੈ। ਬਾਕੀ ਹੋਰ ਜਿੰਨੇ ਵੀ ਸਬੂਤ ਪੇਸ਼ ਕਰਨੇ ਹਨ ਸਾਰੇ ਇਸੇ ਦੀ ਹੀ ਪੁਸ਼ਟੀ ਲਈ ਹਨ। ਇਸ ਮਹਾਨ ਗ੍ਰੰਥ ਦੀ ਰਚਨਾ ਦੇ ਆਰੰਭ ਦਾ ਮੁੱਢਲਾ ਸਥਾਨ ਨਿਯਤ ਕਰਨਾ ਕਾਫੀ ਔਖਾ ਹੈ, ਪਰੰਤੂ ਤਦ ਵੀ ਸ਼੍ਰੀ ਸਰਬਲੋਕ ਗ੍ਰੰਥ ਜੀ ਦੇ ਆਖਰੀ ਭਾਗ ਨੂੰ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਹੀ ਸ਼੍ਰੀ ਕਲਗੀਧਰ ਜੀ ਨੇ ਸੰਪੂਰਨਤਾ ਦਾ ਤਿਲਕ ਕੀਤਾ ਹੈ। ਸਿੱਖ ਪੰਥ ਦੇ ਸਮੂਹ ਸੰਪਰਦਾਇ ਗਿਆਨੀ, ਮਹਾਪੁਰਸ਼ ਅਤੇ ਪ੍ਰਚਾਰਕ ਇਸ ਗ੍ਰੰਥ ਦਾ ਰਚਨ ਸਥਾਨ ਸ਼੍ਰੀ ਹਜੂਰ ਸਾਹਿਬ ਨੰਦੇੜ ਹੀ ਮੰਨਦੇ ਹਨ। ਜਿਸ ਸਥਾਨ ਉੱਤੇ ਅੱਜ ਕੱਲ੍ਹ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਿਧਾਨ ਸਿੰਘ ਹੈ, ਉਹ ਅਸਥਾਨ ਹੀ ਬੁੰਗਾ ਸਰਬਲੋਕ ਜੀ ਦੇ ਨਾਮ ਨਾਲ ਪ੍ਰਸਿੱਧ ਸੀ ਅਤੇ ਇਹ ਬੁੱਢਾ ਦਲ ਪੰਜਵਾਂ ਤਖਤ ਨਿਹੰਗ ਸਿੰਘਾਂ ਦੀ ਛਾਉਣੀ ਸੀ। ਜਦੋਂ ਬਾਬਾ ਨਿਧਾਨ ਸਿੰਘ ਜੀ ਨਾਲ ਉੱਥੋਂ ਦੇ ਕੁਝ ਲੋਕਾਂ ਨੇ ਭੈੜਾ ਤੇ ਘਿਰਨਤ ਵਰਤਾਓ ਕੀਤਾ
ਤਾਂ ਨਿਹੰਗ ਸਿੰਘਾਂ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਇਹ ਅਸਥਾਨ ਸੇਵਾ ਵਾਸਤੇ ਦਿੱਤਾ ਸੀ। ਭਾਵੇਂ ਛਾਉਣੀ ਦਾ ਇਹ ਅਸਥਾਨ ਅੱਜ ਤੱਕ ਡੇਰਾ ਬਣ ਕੇ ਰਹਿ ਗਿਆ ਹੈ, ਪਰੰਤੂ ਬਾਕੀ ਦਾ ਸਾਰਾ ਭਾਗ ਅਜੇ ਵੀ ਨਿਹੰਗ ਸਿੰਘਾਂ ਦੀ ਛਾਉਣੀ ਹੀ ਹੈ। ਸੋ ਇਤਿਹਾਸਿਕ ਤੱਥ ਪ੍ਰਗਟ ਕਰਦੇ ਹਨ ਕਿ ਸ਼੍ਰੀ ਕਲਗੀਧਰ ਜੀ ਨੇ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਹੀ ਸੰਪੂਰਨ ਕੀਤਾ ਹੈ। ਸ਼੍ਰੀ ਸਰਬਲੋਕ ਗ੍ਰੰਥ ਦੀਆਂ ਜਿਹੜੀਆਂ ਮੌਜੂਦਾ ਬੀੜਾਂ ਹਨ, ਇਹਨਾਂ ਵਿੱਚ ਸ਼੍ਰੀ ਹਜੂਰ ਸਾਹਿਬ ਜੀ ਵਾਲੀ ਬੀੜ ਕਾਫੀ ਪੁਰਾਣੀ ਲੱਗਦੀ ਹੈ, ਪਰ ਸ਼੍ਰੀ ਅੰਮ੍ਰਿਤਸਰ ਸ਼ਹੀਦਗੰਜ ਬਾਬਾ ਗੁਰਬਖਸ਼ ਸਿੰਘ ਜੀ ਵਾਲੀ ਬੀੜ ਵੀ ਕਾਫੀ ਪੁਰਾਣੀ ਸੀ, ਜਿਹੜੀ ਕਿ ਅਕਾਲੀ ਅੰਦੋਲਨ ਵੇਲੇ ਅਲੋਪ ਹੋ ਗਈ। ਸ਼੍ਰੀ ਹਜੂਰ ਸਾਹਿਬ ਬੁੰਗਾ ਮਾਈ ਭਾਗੋ ਨਾਂਦੇੜ ਦੱਖਣ ਇਹ ਬੀੜ ਵੱਡੇ ਪੁਜਾਰੀ ਜੀ ਦੀ ਨਿੱਜੀ ਜਾਇਦਾਦ ਵਿੱਚ ਹੈ। ਇਸ ਨਾਲ ਸ਼੍ਰੀ ਸੱਚਖੰਡ ਦੇ ਪ੍ਰਬੰਧ ਦਾ ਕੋਈ ਸੰਬੰਧ ਨਹੀਂ। ਜਦੋਂ ਪੁਜਾਰੀ ਜੀ ਤੋਂ ਮੰਗ ਕੇ ਸੱਚਖੰਡ ਕਥਾ ਆਦਿ ਲਈ ਲੈ ਜਾਂਦੇ ਹਨ ਤਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਹੀ ਇਸ ਬੀੜ ਦਾ ਵੀ ਪੂਜਨ ਆਦਿਕ ਕੀਤਾ ਜਾਂਦਾ ਹੈ। ਸ਼੍ਰੀਮਾਨ ਭਾਈ ਨਾਨੂ ਸਿੰਘ ਜੀ ਦੇ ਘਰ ਸ਼੍ਰੀ ਹਜੂਰ ਸਾਹਿਬ ਨਾਂਦੇੜ ਦੱਖਣ ਅੱਜ ਕੱਲ੍ਹ ਇਹੋ ਬੀੜ ਮਾਤਾ ਸਾਹਿਬ ਦੇਵਾਂ ਜੀ ਦੇ ਗੁਰਦੁਆਰੇ ਵਿੱਚ ਸ਼੍ਰੀਮਾਨ ਬਾਬਾ ਮਿੱਤ ਸਿੰਘ ਨਿਹੰਗ ਸਿੰਘ ਜੀ ਦੀ ਸਮਾਧ ਤੇ ਪ੍ਰਕਾਸ਼ਮਾਨ ਹੈ। ਇੱਕ ਪਾਵਨ ਬੀੜ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ 9ਵੀਂ ਜੀਂਦ ਵਿੱਚ ਸੁਸ਼ੋਭਿਤ ਹੈ। ਦੋ ਬੀੜਾਂ ਹੁਣ ਵੀ ਗੁਰੂ ਕਾ ਬਾਗ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਨ। ਸੋ ਇਸ ਪ੍ਰਕਾਰ ਲਗਭਗ 20 ਬੀੜਾਂ ਦੇ ਦਰਸ਼ਨ ਕਰਨ ਉਪਰੰਤ ਅਤੇ ਇਹਨਾਂ ਤੋਂ ਵਿਚਾਰ ਕੇ ਪਾਠੰਤਰ ਫੁੱਟਨੋਟ ਅਤੇ ਅੰਕਾਂ ਦੀ ਸ਼ੁਧਾਈ ਕੀਤੀ ਗਈ ਹੈ। ਹੋ ਸਕਦਾ ਹੈ ਕਿ ਕੁਝ ਬੀੜਾਂ ਉਹ ਵੀ ਹੋਣ ਜਿਨ੍ਹਾਂ ਦੇ ਅਜੇ ਤੱਕ ਦਰਸ਼ਨ ਨਹੀਂ ਕੀਤੇ ਜਾ ਸਕੇ। ਇਹ ਵੀ ਸੁਣਿਆ ਗਿਆ ਹੈ ਕਿ ਨਾਮਧਾਰੀ ਸੰਪਰਦਾਇ ਦੇ ਤੋਸ਼ੇਖਾਨੇ ਵਿੱਚ ਵੀ ਇੱਕ ਬੀੜ ਵਿਰਾਜਮਾਨ ਹੈ। ਇੱਕ ਬੀੜ ਹੁਣ ਵੀ ਡਾਕਟਰ ਭਾਈ ਵੀਰ ਸਿੰਘ ਜੀ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਸ਼੍ਰੀ ਸਰਬਲੋਕ ਗ੍ਰੰਥ ਵਿੱਚ ਹਰ ਪ੍ਰਕਰਨ ਨਾਲ ਪਹਿਲੇ ਸਤਿਗੁਰਾਂ ਜੀ ਦੀ ਆਦ ਬਾਣੀ ਨੂੰ ਹੀ ਮੁੱਖ ਰੱਖਿਆ ਹੋਇਆ ਹੈ। ਭਾਵੇਂ ਇਸ ਵਿੱਚ ਆਏ ਹੋਏ ਅਨੇਕਾਂ ਸਵਈਏ ਖਾਲਸਾ ਪ੍ਰਕਾਸ਼ ਦੇ ਹਨ, ਪਰ ਇਹ ਸਿੱਧ ਕਰਦੇ ਹਨ ਕਿ ਕਲਗੀਧਰ ਜੀ ਦੇ ਖਾਲਸਾ ਦੀ ਰੂਪ ਰੇਖਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਆਰੰਭ ਕੀਤੀ ਹੋਈ ਹੈ। ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਅੰਦਰ ਵੀ ਉਹ ਹੀ ਪਰਉਪਕਾਰੀ ਵਿਰਤੀ ਦਾ ਪ੍ਰਭਾਵ ਅਤੇ ਵਹਾਓ ਹੈ ਜੋ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਅੰਦਰ ਹੈ। ਅਤੇ ਇਹ ਗੱਲ ਪੂਰਨ ਨਿਸ਼ਚੈ ਅਤੇ ਭਰਪੂਰ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਅੰਦਰ ਜਿਤਨੇ ਵੀ ਰਾਗ ਅਤੇ ਰਾਗਾਤਮਕ ਛੰਦ ਅਤੇ ਉਹਨਾਂ ਦੀ ਲੈ ਪੜਤਲਾਂ ਆਈਆਂ ਹਨ, ਉਹਨਾਂ ਦੇ ਸੰਪੂਰਨ ਰੂਪ ਅਤੇ ਲੱਛਣ ਲੁਗਾਤਾਂ ਅਤੇ ਭਾਸ਼ਾ ਕੋਸ਼ ਗ੍ਰੰਥਾਂ ਵਿੱਚ ਵੀ ਅੱਜ ਪ੍ਰਾਪਤ ਨਹੀਂ ਹੁੰਦੇ। ਔਰੰਗਜ਼ੇਬ ਦੀ ਆਲਮਗੀਰੀ ਸਰਕਾਰ ਦੇ ਜ਼ੁਲਮਾਂ ਅੱਗੇ ਜਿਸ ਤਰ੍ਹਾਂ ਭਾਰਤ ਦੀ ਸੱਭਿਅਤਾ ਅਤੇ ਸਿੱਖ ਧਰਮ ਤੋਂ ਬਿਨਾਂ ਬਾਕੀ ਧਰਮ ਕੱਖ ਕਾਂਡ ਦੀ ਤਰ੍ਹਾਂ ਰੁੜ ਗਏ ਸਨ, ਉਸ ਤਰ੍ਹਾਂ ਭਾਰਤ ਦੀ ਸ਼ਾਸਤਰੀ ਸਨਾਤਨੀ ਸੰਗੀਤ ਵਿਦਿਆ ਵੀ ਰੁੜ ਜਾਣੀ ਸੀ ਜੇ ਪਰਉਪਕਾਰੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਅਤੇ ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੀ ਰਚਨਾ ਰਚਨ ਦਾ ਪਰਉਪਕਾਰ ਨਾ ਕਰਦੇ ਤਾਂ ਅੱਜ ਭਾਰਤ ਵਿੱਚੋਂ ਸੰਗੀਤਕ ਰਾਗ ਵਿਦਿਆ ਵੀ ਅਲੋਪ ਹੋ ਜਾਂਦੀ। ਇਹ ਗ੍ਰੰਥ ਸ਼੍ਰੀ ਗੁਰੂ ਜੀ ਦਾ ਉਹ ਵਿਦਿਅਕ ਕੇਂਦਰ ਹੈ ਜਿਸ ਨੂੰ ਅਸੀਂ ਕਿਸੇ ਵੀ ਵਿਦਿਆ ਤੋਂ ਖਾਲੀ ਨਹੀਂ ਸਮਝ ਸਕਦੇ, ਕਿਉਂਕਿ ਇਸ ਵਿੱਚ ਸੰਗੀਤ, ਕਾਵਿਆ, ਪਿੰਗਲ, ਵੈਦਿਕ, ਸੰਸਕ੍ਰਿਤ, ਅਰਬੀ, ਉਰਦੂ, ਹਿੰਦੀ, ਪੰਜਾਬੀ, ਪਸ਼ਤੋ, ਫਾਰਸੀ, ਕੁਰਾਨ, ਉਪਨਿਸ਼ਦਾਂ, ਗੀਤਾ, ਰਾਮਾਇਣ, ਮਹਾਭਾਰਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿਕ ਗ੍ਰੰਥਾਂ ਦਾ ਸਾਰ ਹੈ। ਸੋ ਗੁਰਮੁਖ ਪਿਆਰਿਓ, ਸਤਿਗੁਰੂ ਸ਼੍ਰੀ ਕਲਗੀਧਰ ਜੀ ਦੇ ਇਸ ਮਹਾਨ ਗ੍ਰੰਥ ਉੱਪਰ ਅਜੇ ਹੋਰ ਵੀ ਖੋਜ ਜਾਰੀ ਹੈ। ਸ਼੍ਰੀ ਸਰਬਲੋਕ ਗ੍ਰੰਥ ਸ਼੍ਰੀਮਾਨ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਜਥੇਦਾਰ 96 ਕਰੋੜੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਛਾਪਿਆ ਜਾ ਚੁੱਕਿਆ ਹੈ। ਜਿਹੜੀਆਂ ਸੰਗਤਾਂ ਚਾਹਵਾਨ ਹਨ ਉਹ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਪਾਵਨ ਗ੍ਰੰਥ ਪ੍ਰਾਪਤ ਕਰ ਸਕਦੀਆਂ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।